ਦੋਸਤੋ, ਕਿਹਾ ਜਾਂਦਾ ਹੈ ਕਿ ਜਨਮ ਤੋਂ ਪਹਿਲਾਂ ਹੀ ਕਿਸਮਤ ਦੀਆਂ ਲਕੀਰਾਂ ਲਿਖੀਆਂ ਜਾਂਦੀਆਂ ਹਨ ਅਤੇ ਪੂਰਾ ਜੀਵਨ ਉਹਨਾਂ ਹੀ ਪਹਿਲਾਂ ਤੋਂ ਨਿਸ਼ਚਿਤ ਰਾਹਾਂ ਤੇ ਚੱਲਦਾ ਹੈ। ਸਾਡੇ ਸ਼ਾਸਤਰਾਂ ਵਿੱਚ ਵੀ ਇਹ ਉਲੇਖ ਹੈ ਕਿ ਹਰ ਘਟਨਾ ਆਪਣੇ ਸਮੇਂ ਤੇ ਹੀ ਵਾਪਰਦੀ ਹੈ ਅਤੇ ਅਸੀਂ ਇਸ ਨੂੰ ਬਦਲ ਨਹੀਂ ਸਕਦੇ। ਪਰ ਜੇਕਰ ਸਭ ਕੁਝ ਪਹਿਲਾਂ ਤੋਂ ਹੀ ਤੈਅ ਹੈ ਤਾਂ ਫਿਰ ਸਾਡੇ ਕਰਮਾਂ ਦੀ ਕੀਮਤ ਕੀ ਹੈ? ਕੀ ਇਨਸਾਨ ਦੀ ਕੋਸ਼ਿਸ਼ ਵਿਅਰਥ ਜਾਂਦੀ ਹੈ ਜਾਂ ਫਿਰ ਕਿਸਮਤ ਅਤੇ ਕਰਮ ਇੱਕ ਦੂਜੇ ਦੇ ਪੂਰਕ ਹਨ? ਜਦੋਂ ਅਸੀਂ ਅਸਫਲ ਹੁੰਦੇ ਹਾਂ ਤਾਂ ਅਸੀਂ ਦੋਸ਼ ਕਿਸਮਤ ਨੂੰ ਦਿੰਦੇ ਹਾਂ, ਪਰ ਜਦੋਂ ਸਫਲਤਾ ਮਿਲਦੀ ਹੈ ਤਾਂ ਅਸੀਂ ਇਸ ਨੂੰ ਆਪਣੇ ਕਰਮਾਂ ਦਾ ਨਤੀਜਾ ਮੰਨਦੇ ਹਾਂ। ਇਹ ਵਿਰੋਧਾਭਾਸ ਅਸੀਂ ਕਿਸਮਤ ਅਤੇ ਕਰਮ ਦੇ ਅਸਲੀ ਸੰਬੰਧ ਨੂੰ ਸਮਝਣ ਤੋਂ ਰੋਕਦਾ ਹੈ। ਅਸਲ ਗੱਲ ਇਹ ਹੈ ਕਿ ਨਾ ਤਾਂ ਕੇਵਲ ਕਿਸਮਤ ਹੀ ਸੱਚ ਹੈ ਅਤੇ ਨਾ ਹੀ ਕਰਮ ਦੀ ਸ਼ਕਤੀ ਨੂੰ ਨਕਾਰਿਆ ਜਾ ਸਕਦਾ ਹੈ। ਜੀਵਨ ਵਿੱਚ ਕੇਵਲ ਕਿਸਮਤ ਦੇ ਭਰੋਸੇ ਬੈਠਣਾ ਠੀਕ ਨਹੀਂ ਅਤੇ ਨਾ ਹੀ ਇਹ ਮੰਨਣਾ ਕਿ ਕੇਵਲ ਕਰਮ ਕਰਕੇ ਹੀ ਸਭ ਕੁਝ ਬਦਲਿਆ ਜਾ ਸਕਦਾ ਹੈ। ਤਾਂ ਆਓ ਜਾਣੀਏ ਕਿ ਕਿਸਮਤ ਅਤੇ ਕਰਮ ਵਿਚਲਾ ਸੰਤੁਲਨ ਕਿਵੇਂ ਬਣਾਇਆ ਜਾ ਸਕਦਾ ਹੈ। ਕਹਾਣੀ ਨੂੰ ਆਖਰੀ ਤੱਕ ਜ਼ਰੂਰ ਦੇਖੋ ਕਿਉਂਕਿ ਅਧੂਰਾ ਗਿਆਨ ਹਮੇਸ਼ਾ ਭਰਮ ਅਤੇ ਨੁਕਸਾਨ ਦਾ ਕਾਰਨ ਬਣਦਾ ਹੈ। ਉੱਚੇ ਪਹਾੜਾਂ ਦੇ ਵਿਚਕਾਰ ਇੱਕ ਪ੍ਰਾਚੀਨ ਮੰਦਰ ਸੀ, ਜਿਸ ਦੇ ਉਸ ਪਾਰ ਵਿਰਾਜ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਵਸਿਆ ਹੋਇਆ ਸੀ। ਪਿੰਡ ਦੇ ਆਖਰੀ ਕੋਨੇ ਤੇ ਕਿਸ਼ਨ ਆਪਣੀ ਛੋਟੀ ਭੈਣ ਰੀਆ ਨਾਲ ਇੱਕ ਸਧਾਰਨ ਘਰ ਵਿੱਚ ਰਹਿੰਦਾ ਸੀ। ਉਹਨਾਂ ਦੇ ਮਾਤਾ-ਪਿਤਾ ਦਾ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ। ਕਿਸ਼ਨ ਪਿੰਡ ਵਿੱਚ ਇੱਕ ਛੋਟੀ ਜਿਹੀ ਦੁਕਾਨ ਚਲਾਉਂਦਾ ਸੀ, ਜਿਸ ਨਾਲ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ। ਹਰ ਰੋਜ਼ ਦੁਕਾਨ ਬੰਦ ਕਰਨ ਤੋਂ ਬਾਅਦ ਕਿਸ਼ਨ ਘਰ ਆਉਂਦਾ, ਰੀਆ ਦੇ ਹੱਥ ਦੀ ਬਣੀ ਰੋਟੀ ਖਾਂਦਾ ਅਤੇ ਦੋਵੇਂ ਸਾਰਾ ਦਿਨ ਦੀਆਂ ਗੱਲਾਂ ਕਰਦੇ। ਪਰ ਉਸ ਰਾਤ ਜਦੋਂ ਰੀਆ ਖਾਣਾ ਪਰੋਸ ਰਹੀ ਸੀ, ਉਹ ਗੰਭੀਰ ਲਹਿਜੇ ਵਿੱਚ ਕਹਿੰਦੀ, ਪਿਆ ਸਾਨੂੰ ਆਪਣੀ ਦੁਕਾਨ ਨੂੰ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ। ਇਸ ਤਰ੍ਹਾਂ ਤਾਂ ਸਾਡੀ ਮਾਈ ਵੀ ਠੀਕ ਨਹੀਂ ਹੁੰਦੀ ਤੇ ਅਸੀਂ ਸਿਰਫ ਗੁਜ਼ਾਰਾ ਕਰ ਰਹੇ ਹਾਂ। ਕਿਸ਼ਨ ਨੇ ਹੱਸਦੇ ਹੋਏ ਕਿਹਾ, ਅਰੇ ਰੀਆ, ਜਿਹੜੀ ਸਾਡੀ ਕਿਸਮਤ ਹੋਵੇਗੀ ਉਹੀ ਮਿਲੇਗਾ। ਮਿਹਨਤ ਕਰਨ ਨਾਲ ਕੁਝ ਨਹੀਂ ਬਦਲਦਾ, ਕਿਸਮਤ ਹੀ ਸਭ ਕੁਝ ਤੈਅ ਕਰਦੀ ਹੈ। ਰੀਆ ਨੇ ਤੁਰੰਤ ਉੱਤਰ ਦਿੱਤਾ, ਪਿਆ ਮਾਂ ਹਮੇਸ਼ਾ ਕਹਿੰਦੀ ਸੀ ਕਿ ਮਿਹਨਤ ਕਰਨ ਵਾਲਿਆਂ ਦੀ ਕਿਸਮਤ ਵੀ ਬਦਲ ਸਕਦੀ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਹੀਂ ਤਾਂ ਅਸੀਂ ਹਮੇਸ਼ਾ ਇਹੋ ਜਿਹੇ ਰਹਾਂਗੇ। ਕਿਸ਼ਨ ਨੇ ਹੱਸਦੇ ਹੋਏ ਮੱਥਾ ਹਿਲਾਇਆ, ਤੂੰ ਵੀ ਨਾ। ਰੀਆ, 2 ਵਕਤ ਦੀ ਰੋਟੀ ਮਿਲ ਰਹੀ ਹੈ, ਇਹੀ ਬਹੁਤ ਹੈ। ਵੱਧ ਸੋਚਣ ਨਾਲ ਕੁਝ ਨਹੀਂ ਬਦਲਣ ਵਾਲਾ। ਇਹ ਕਹਿ ਕੇ ਉਹ ਸੋ ਗਿਆ, ਪਰ ਰੀਆ ਰਾਤ ਦੇਰ ਤੱਕ ਛੱਤ ਤੇ ਬੈਠੀ ਰਹੀ। ਉਹ ਆਕਾਸ਼ ਦੀ ਤਰਫ ਤੱਕ ਰਹੀ ਅਤੇ ਸੋਚ ਰਹੀ ਸੀ ਕਿ ਸੱਚਮੁੱਚ ਕਿਸਮਤ ਨਹੀਂ ਬਦਲੀ ਜਾ ਸਕਦੀ। ਜੇਕਰ ਮਾਂ ਹੁੰਦੀ ਤਾਂ ਕੀ ਉਹ ਵੀ ਪਿਆ ਵਾਂਗ ਸੋਚਦੀ ਜਾਂ ਮੈਨੂੰ ਸਹੀ ਰਾਹ ਦਿਖਾਉਂਦੀ? ਇਹੀ ਸੋਚਦੇ-ਸੋਚਦੇ ਉਸ ਨੂੰ ਨੀਂਦ ਆ ਗਈ, ਪਰ ਉਸ ਦੇ ਮਨ ਵਿੱਚ ਇੱਕ ਨਵਾਂ ਸੰਕਲਪ ਜਨਮ ਲੈ ਚੁੱਕਾ ਸੀ। ਉਹ ਆਪਣੇ ਭਾਈ ਨੂੰ ਇਹ ਸਾਬਤ ਕਰਕੇ ਦਿਖਾਵੇਗੀ ਕਿ ਮਿਹਨਤ ਅਤੇ ਕਰਮ ਹੀ ਅਸਲ ਤਾਕਤ ਹਨ, ਕਿਸਮਤ ਨਹੀਂ। ਅਗਲੇ ਦਿਨ ਸਵੇਰੇ ਜਦੋਂ ਕਿਸ਼ਨ ਖਾਣਾ ਖਾ ਕੇ ਦੁਕਾਨ ਜਾਣ ਲਈ ਤਿਆਰ ਹੋਇਆ ਤਾਂ ਰੀਆ ਨੇ ਆਵਾਜ਼ ਮਾਰੀ, ਰੁਕੋ। ਕਿਸ਼ਨ ਨੇ ਪਿੱਛੇ ਮੁੜ ਕੇ ਪੁੱਛਿਆ, ਕੀ ਹੋਇਆ ਰੀਆ, ਕੋਈ ਕੰਮ ਹੈ? ਕੁਝ ਬਾਜ਼ਾਰ ਤੋਂ ਲਿਆਉਣਾ ਹੈ? ਨਹੀਂ, ਤੁਸੀਂ ਦੁਕਾਨ ਜਾਣ ਤੋਂ ਪਹਿਲਾਂ ਨੇੜਲੇ ਜੰਗਲ ਤੋਂ ਕੁਝ ਲੱਕੜੀਆਂ ਲਿਆਉਣਾ, ਰੀਆ ਨੇ ਕਿਹਾ। ਕਿਸ਼ਨ ਨੇ ਹੁੰਕਾਰਾ ਭਰਦੇ ਹੋਏ ਕਿਹਾ, ਠੀਕ ਹੈ। ਇਹ ਕਹਿ ਕੇ ਉਹ ਘਰੋਂ ਨਿਕਲ ਕੇ ਜੰਗਲ ਵੱਲ ਤੁਰ ਪਿਆ। ਰੀਆ ਘਰ ਦੇ ਬਾਹਰ ਬੈਠੀ ਪਿਆ ਦੀ ਉਡੀਕ ਕਰ ਰਹੀ ਸੀ। ਉਧਰ ਜਦ ਕਿਸ਼ਨ ਜੰਗਲ ਪਹੁੰਚਿਆ, ਉਹ ਲੱਕੜੀਆਂ ਇਕੱਠੀਆਂ ਕਰਨ ਲੱਗ ਪਿਆ। ਲੱਕੜੀਆਂ ਕੱਟਣ ਦੌਰਾਨ ਅਚਾਨਕ ਉਸ ਦੇ ਹੱਥ ਵਿੱਚ ਚੋਟ ਲੱਗ ਗਈ। ਦਰਦ ਨਾਲ ਕਰਾਦੇ ਹੋਏ ਉਸਨੇ ਸੋਚਿਆ, ਥੋੜਾ ਅੱਗੇ ਚੱਲ ਕੇ ਵੇਖਦਾ ਹਾਂ, ਸ਼ਾਇਦ ਹੋਰ ਵੀ ਕੋਈ ਲੱਕੜੀਆਂ ਲੈਣ ਆਇਆ ਹੋਵੇ ਤਾਂ ਮਦਦ ਮਿਲ ਜਾਵੇ। ਇੱਧਰ ਘਰ ਦੇ ਬਾਹਰ ਬੈਠੀ ਰੀਆ ਆਪਣੇ ਭਰਾ ਦੀ ਉਡੀਕ ਕਰ ਰਹੀ ਸੀ। ਸਵੇਰੇ ਤੋਂ ਦੁਪਹਿਰ ਹੋ ਗਈ, ਕਿਸ਼ਨ ਦੀ ਕੋਈ ਖਬਰ ਨਹੀਂ। ਕੀ ਹੋਇਆ ਹੋਵੇਗਾ? ਹੇ ਭਗਵਾਨ, ਕਿਸ਼ਨ ਸਲਾਮਤ ਹੋਵੇ। ਭਰੀ ਦੁਪਹਿਰ ਸੁੰਨੀ ਗਲੀ ਵਿੱਚ ਬੈਠੀ ਰੀਆ ਦੇ ਮਨ ਵਿੱਚ ਅਨੇਕਾਂ ਪ੍ਰਸ਼ਨ ਉੱਠ ਰਹੇ ਸਨ। ਦੂਰ ਪਹਾੜਾਂ ਵਿੱਚੋਂ ਆਉਂਦੀਆਂ ਮੰਦਰ ਦੀਆਂ ਘੰਟੀਆਂ ਉਸ ਦੀ ਉਲਝਣ ਹੋਰ ਵਧਾ ਰਹੀਆਂ ਸਨ। ਉਧਰ ਮਦਦ ਦੀ ਖੋਜ ਵਿੱਚ ਕਿਸ਼ਨ ਮੰਦਰ ਤੱਕ ਪਹੁੰਚ ਗਿਆ। ਉੱਥੇ ਕਿਸੇ ਨੂੰ ਨਾ ਪਾ ਕੇ ਉਹ ਉੱਚੀ ਆਵਾਜ਼ ਵਿੱਚ ਬੋਲਿਆ, ਸੁਣੋ, ਕੋਈ ਹੈ? ਮੈਨੂੰ ਮਦਦ ਚਾਹੀਦੀ ਹੈ, ਮੇਰੇ ਹੱਥ ਤੇ ਚੋਟ ਲੱਗੀ ਹੈ। ਕਿਸ਼ਨ ਦੀ ਆਵਾਜ਼ ਸੁਣ ਕੇ ਇੱਕ ਵਿਅਕਤੀ ਬਾਹਰ ਆਇਆ। ਉਸਨੇ ਵੇਖਿਆ ਕਿ ਇੱਕ ਨੌਜਵਾਨ ਮੁੰਡਾ ਖੜਾ ਸੀ, ਜਿਸ ਦੇ ਹੱਥ ਤੇ ਗਹਿਰੀ ਚੋਟ ਸੀ। ਉਹ ਅੰਦਰ ਗਿਆ ਅਤੇ ਕੁਝ ਆਯੁਰਵੇਦਕ ਦਵਾਈਆਂ ਲਿਆਇਆ। ਉਸਨੇ ਉਸ ਦੇ ਹੱਥ ਤੇ ਔਸ਼ਧੀਕ ਪੱਤਿਆਂ ਦਾ ਲੇਪ ਲਗਾਇਆ। ਉਹ ਵਿਅਕਤੀ ਮੰਦਰ ਦੀ ਸੰਭਾਲ ਅਤੇ ਸਫਾਈ ਦਾ ਕੰਮ ਕਰਦਾ ਸੀ। ਇਨ੍ਹਾਂ ਹੀ ਪਲਾਂ ਵਿੱਚ ਇੱਕ ਮਿੱਠੀ ਆਵਾਜ਼ ਗੂੰਜੀ, ਪਿਆ ਕੀ ਹੋਇਆ? ਇਹ ਚੋਟ ਕਿਵੇਂ ਲੱਗੀ? ਕਿਸ਼ਨ ਹੈਰਾਨੀ ਨਾਲ ਮੁੜਿਆ, ਰੀਆ, ਤੂੰ ਇੱਥੇ? ਰੀਆ ਨੇ ਕਿਹਾ, ਹਾਂ ਪਿਆ। ਸਵੇਰੇ ਤੋਂ ਦੁਪਹਿਰ ਹੋ ਗਈ ਪਰ ਤੁਸੀਂ ਘਰ ਨਹੀਂ ਆਏ। ਉੱਪਰੋਂ ਇਹ ਮੰਦਰ ਦੀਆਂ ਘੰਟੀਆਂ ਦੀ ਆਵਾਜ਼ ਮੈਨੂੰ ਇੱਥੇ ਖਿੱਚ ਲਈ। ਮੈਨੂੰ ਪਤਾ ਨਹੀਂ ਸੀ ਤੁਸੀਂ ਕਿੱਥੇ ਹੋ, ਪਰ ਮਨ ਵਿੱਚ ਬਹੁਤ ਉਲਝਣਾਂ ਹੋ ਰਹੀਆਂ ਸਨ।
ਮੰਦਰ ਦੇ ਸੇਵਾਦਾਰ ਨੇ ਕਿਹਾ, ਪੁੱਤ, ਆਪਣੀ ਚੋਟ ਦਾ ਧਿਆਨ ਰੱਖ, ਧੀਰੇ-ਧੀਰੇ ਠੀਕ ਹੋ ਜਾਵੇਗੀ। ਕਿਸ਼ਨ ਨੇ ਉਸ ਵਿਅਕਤੀ ਦਾ ਧੰਨਵਾਦ ਕੀਤਾ ਅਤੇ ਰੀਆ ਨਾਲ ਕਿਹਾ, ਚਲੋ ਹੁਣ ਘਰ ਚੱਲੀਏ। ਰੀਆ ਨੇ ਉਤਸ਼ਾਹ ਭਰੀ ਆਵਾਜ਼ ਵਿੱਚ ਕਿਹਾ, ਮੈਂ ਸੁਣਿਆ ਹੈ ਕਿ ਇਸ ਮੰਦਰ ਵਿੱਚ ਇੱਕ ਵਿਦਵਾਨ ਬ੍ਰਾਹਮਣ ਰਹਿੰਦੇ ਹਨ ਜੋ ਗ੍ਰੰਥਾਂ ਅਤੇ ਪੁਰਾਣਾਂ ਦਾ ਬਹੁਤ ਗਿਆਨ ਰੱਖਦੇ ਹਨ। ਚੱਲੋ, ਉਹਨਾਂ ਕੋਲ ਚੱਲੀਏ। ਮੰਦਰ ਦੇ ਸੇਵਾਦਾਰ ਨੇ ਵੀ ਕਿਹਾ, ਹਾਂ ਪੁੱਤ, ਅੱਜ ਮਰੀਸ਼ੀ ਮੁਨੀ ਮੰਦਰ ਵਿੱਚ ਗ੍ਰੰਥਾਂ ਦਾ ਪਾਠ ਕਰ ਰਹੇ ਹਨ। ਇਹ ਹਰੇਕ ਨੂੰ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਮਿਲਣ ਦਾ। ਆਪਣਾ ਅਵਸਰ ਵਿਅਰਥ ਨਾ ਜਾਣ ਦਿਓ। ਉਹਨਾਂ ਨੂੰ ਮਿਲਣ ਨਾਲ ਜੀਵਨ ਦੀਆਂ ਉਲਝਣਾਂ ਦੂਰ ਹੋ ਜਾਂਦੀਆਂ ਹਨ। ਇਹ ਸੁਣ ਕੇ ਰੀਆ ਆਪਣੇ ਆਪ ਨੂੰ ਰੋਕ ਨਹੀਂ ਪਾਈ। ਉਸਨੇ ਕਿਸ਼ਨ ਦਾ ਹੱਥ ਫੜਿਆ ਅਤੇ ਮਰੀਸ਼ੀ ਦੇ ਦਰਬਾਰ ਵਿੱਚ ਲੈ ਗਈ। ਜਦ ਰੀਆ ਅਤੇ ਕਿਸ਼ਨ ਮਰੀਸ਼ੀ ਦੇ ਕੋਲ ਪਹੁੰਚੇ, ਉਹ ਆਪਣੇ ਗ੍ਰੰਥਾਂ ਵਿੱਚ ਡੁੱਬੇ ਹੋਏ ਸਨ। ਉਹਨਾਂ ਦੀ ਊਰਜਾ ਦੇਖ ਕੇ ਰੀਆ ਅਤੇ ਕਿਸ਼ਨ ਕੁਝ ਸਮੇਂ ਚੁੱਪਚਾਪ ਉਹਨਾਂ ਨੂੰ ਤੱਕਦੇ ਰਹੇ। ਫਿਰ ਰੀਆ ਕਿਸ਼ਨ ਦਾ ਹੱਥ ਫੜ ਕੇ ਮਰੀਸ਼ੀ ਸਾਹਿਬ ਦੇ ਸਾਹਮਣੇ ਬੈਠ ਗਈ। ਸਭ ਤੋਂ ਪਹਿਲਾਂ ਰੀਆ ਨੇ ਮਰੀਸ਼ੀ ਮੁਨੀ ਨੂੰ ਪ੍ਰਣਾਮ ਕੀਤਾ। ਮਰੀਸ਼ੀ ਦੀ ਨਜ਼ਰ ਉਹਨਾਂ ਉੱਪਰ ਪਈ। ਰੀਆ ਨੇ ਬੋਲਿਆ, ਹੇ ਮੁਨੀਵਰ, ਮੈਂ ਸੁਣਿਆ ਹੈ ਕਿ ਤੁਹਾਡੇ ਸ਼ਬਦਾਂ ਨਾਲ ਜੀਵਨ ਦੀਆਂ ਸਾਰੀਆਂ ਉਲਝਣਾਂ ਹੱਲ ਹੋ ਜਾਂਦੀਆਂ ਹਨ। ਕਿਰਪਾ ਕਰਕੇ ਸਾਡੀਆਂ ਉਲਝਣਾਂ ਵੀ ਦੂਰ ਕਰ ਦਿਓ। ਕਿਸ਼ਨ ਨੂੰ ਪਹਿਲਾਂ ਹੀ ਇਹਨਾਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਸਿਰਫ ਬੈਠ ਕੇ ਰੀਆ ਅਤੇ ਮਰੀਸ਼ੀ ਨੂੰ ਤੱਕਦਾ ਰਿਹਾ। ਮਰੀਸ਼ੀ ਨੇ ਪੁੱਛਿਆ, ਬੇਟੀ, ਕਿਹੜੀ ਗੱਲ ਹੈ ਜੋ ਤੇਰੇ ਮਨ ਵਿੱਚ ਉਲਝਣ ਪੈਦਾ ਕਰ ਰਹੀ ਹੈ? ਰੀਆ ਨੇ ਉੱਤਰ ਦਿੱਤਾ, ਹੇ ਮੁਨੀਵਰ, ਮੇਰੇ ਜੀਵਨ ਵਿੱਚ ਦੋ ਵੱਡੀਆਂ ਉਲਝਣਾਂ ਹਨ, ਇੱਕ ਕਿਸਮਤ ਅਤੇ ਦੂਜੀ ਕਰਮ। ਫਿਰ ਰੀਆ ਨੇ ਪੁੱਛਿਆ, ਮੁਨੀਵਰ, ਕੀ ਇਹ ਸੱਚ ਹੈ ਕਿ ਹਰ ਇਨਸਾਨ ਦੀ ਕਿਸਮਤ ਜਨਮ ਤੋਂ ਪਹਿਲਾਂ ਹੀ ਲਿਖੀ ਜਾਂਦੀ ਹੈ? ਰੀਆ ਨੇ ਪੁੱਛਿਆ, ਮੁਨੀਵਰ, ਜੇਕਰ ਸਾਡਾ ਭਵਿੱਖ ਪਹਿਲਾਂ ਹੀ ਨਿਸ਼ਚਿਤ ਹੈ ਤਾਂ ਮਾਂ ਹਮੇਸ਼ਾ ਇਹ ਕਿਉਂ ਕਹਿੰਦੀ ਸੀ ਕਿ ਸਾਨੂੰ ਆਪਣੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਜੇਕਰ ਕਿਸਮਤ ਪਹਿਲਾਂ ਤੋਂ ਲਿਖੀ ਗਈ ਹੈ ਅਤੇ ਜੋ ਹੋਣਾ ਹੈ ਉਹੀ ਹੋਣਾ ਹੈ ਤਾਂ ਅਸੀਂ ਕਰਮ ਕਿਉਂ ਕਰੀਏ? ਰੀਆ ਹੋਰ ਆਖਦੀ ਹੈ, ਹੇ ਮੁਨੀਵਰ, ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਕਰਮ ਹੀ ਕਿਸਮਤ ਲਿਖਦਾ ਹੈ। ਮੈਂ ਆਪਣੇ ਜੀਵਨ ਨੂੰ ਕਿਸ ਆਧਾਰ ਤੇ ਜੀਉਂ, ਕਿਸਮਤ ਜਾਂ ਕਰਮ? ਮਰੀਸ਼ੀ ਨੇ ਜਦ ਰੀਆ ਦੀਆਂ ਗੱਲਾਂ ਸੁਣੀਆਂ ਤਾਂ ਉਹ ਸਮਝ ਗਏ ਕਿ ਰੀਆ ਇੱਕ ਵੱਡੀ ਉਲਝਣ ਵਿੱਚ ਹੈ। ਉਹਨਾਂ ਨੇ ਕਿਹਾ, ਹਾਂ ਬੇਟੀ, ਇਸ ਸੰਸਾਰ ਵਿੱਚ ਹਰ ਜੀਵ ਦੀ ਕਿਸਮਤ ਜਨਮ ਤੋਂ ਪਹਿਲਾਂ ਹੀ ਲਿਖੀ ਜਾਂਦੀ ਹੈ। ਇਹ ਸੁਣ ਕੇ ਕਿਸ਼ਨ ਰੀਆ ਵੱਲ ਦੇਖ ਕੇ ਹੱਸ ਪਿਆ ਅਤੇ ਕਿਹਾ, ਸੁਣਿਆ ਰੀਆ, ਜੋ ਕਿਸਮਤ ਵਿੱਚ ਲਿਖਿਆ ਹੈ ਉਹੀ ਸਾਡਾ ਜੀਵਨ ਹੈ। ਮਰੀਸ਼ੀ ਇਹ ਗੱਲ ਸਮਝ ਗਏ ਕਿ ਕਿਸ਼ਨ ਦਾ ਵਿਸ਼ਵਾਸ ਸਿਰਫ ਕਿਸਮਤ ਤੇ ਟਿਕਿਆ ਹੋਇਆ ਹੈ ਅਤੇ ਉਹ ਕਰਮ ਨੂੰ ਨਿਰਥਕ ਮੰਨ ਰਿਹਾ ਹੈ। ਉਹ ਮੁਸਕਰਾਏ ਅਤੇ ਕਿਸ਼ਨ ਵੱਲ ਦੇਖਦੇ ਹੋਏ ਕਿਹਾ, ਪੁੱਤ, ਕਿਸਮਤ ਅਤੇ ਕਰਮ ਦੇ ਵਿਚਕਾਰ ਜੋੜ ਸਮਝਣਾ ਬਹੁਤ ਜ਼ਰੂਰੀ ਹੈ। ਕਿਸ਼ਨ ਨੇ ਮੁਨੀਵਰ ਦੀ ਗੱਲ ਕੱਟ ਕੇ ਕਿਹਾ, ਮੈਨੂੰ ਮਾਫ ਕਰਨਾ, ਪਰ ਕਰਮਾਂ ਦਾ ਕੋਈ ਅਰਥ ਨਹੀਂ। ਜੇਕਰ ਮੇਰੀ ਕਿਸਮਤ ਪਹਿਲਾਂ ਤੋਂ ਲਿਖੀ ਗਈ ਹੈ ਤਾਂ ਮੈਂ ਕੁਝ ਵੀ ਕਰ ਲਵਾਂ, ਮੇਰਾ ਭਵਿੱਖ ਉਹੀ ਰਹੇਗਾ ਜੋ ਮੇਰੀ ਤਕਦੀਰ ਵਿੱਚ ਦਰਜ ਹੈ। ਕਿਸ਼ਨ ਨੇ ਰੀਆ ਦੇ ਇਸ਼ਾਰੇ ਨੂੰ ਅਣਡਿੱਠਾ ਕਰਦਿਆਂ ਮਰੀਸ਼ੀ ਨੂੰ ਇੱਕ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ। ਹੇ ਮੁਨੀਵਰ, ਇੱਕ ਰਾਜ ਵਿੱਚ ਇੱਕ ਰਾਜਾ ਹੁੰਦਾ ਸੀ। ਇੱਕ ਦਿਨ ਉਸ ਦੇ ਰਾਜਗੁਰੂ ਨੇ ਦੱਸਿਆ ਕਿ ਉਸ ਦੀ ਉਮਰ 45 ਸਾਲਾਂ ਤੱਕ ਹੀ ਹੈ। ਇਹ ਸੁਣ ਕੇ ਰਾਜਾ ਡਰ ਗਿਆ ਅਤੇ ਉਹਨੇ ਆਪਣੇ ਆਪ ਨੂੰ ਮਹਿਲ ਵਿੱਚ ਬੰਦ ਕਰ ਲਿਆ। ਉਸਨੇ ਸੋਚਿਆ, ਜੇਕਰ ਮੈਂ ਕਿਤੇ ਨਹੀਂ ਜਾਵਾਂਗਾ ਤਾਂ ਮੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਸਮਾਂ ਲੰਘਦਾ ਗਿਆ ਅਤੇ ਉਹ ਦਿਨ ਵੀ ਆ ਗਿਆ ਜਦੋਂ ਉਸ ਦੀ ਉਮਰ 45 ਸਾਲ ਹੋ ਗਈ। ਅਚਾਨਕ ਮਹਿਲ ਦੀ ਇੱਕ ਕੰਧ ਢਹਿ ਗਈ ਅਤੇ ਰਾਜਾ ਉਸ ਹੇਠਾਂ ਦੱਬ ਕੇ ਮਰ ਗਿਆ। ਕਿਸ਼ਨ ਨੇ ਕਿਹਾ, ਹੇ ਮੁਨੀਵਰ, ਉਹ ਤਾਂ ਇੱਕ ਸ਼ਕਤੀਸ਼ਾਲੀ ਰਾਜਾ ਸੀ, ਪਰ ਫਿਰ ਵੀ ਕਿਸਮਤ ਦਾ ਲਿਖਿਆ ਉਹ ਨਹੀਂ ਮਿਟਾ ਸਕਿਆ। ਮਰੀਸ਼ੀ ਇਹ ਸੁਣ ਕੇ ਜ਼ੋਰਾਂ ਨਾਲ ਹੰਸ ਪਏ। ਮਰੀਸ਼ੀ ਦੀ ਹੰਸੀ ਦੇਖ ਕੇ ਕਿਸ਼ਨ ਅਤੇ ਰੀਆ ਹੈਰਾਨ ਹੋ ਗਏ। ਮਰੀਸ਼ੀ ਨੇ ਹੱਸਦੇ ਹੋਏ ਕਿਸ਼ਨ ਵੱਲ ਵੇਖਿਆ ਤੇ ਕਿਹਾ, ਪੁੱਤ, ਜਾਂ ਤਾਂ ਤੂੰ ਆਦੀ ਕਹਾਣੀ ਸੁਣੀ ਹੈ ਜਾਂ ਜਿਸਨੇ ਤੈਨੂੰ ਦੱਸਿਆ ਉਸ ਨੂੰ ਪੂਰਾ ਗਿਆਨ ਨਹੀਂ ਸੀ। ਕਿਸ਼ਨ ਹੁਣ ਖੁਦ ਉਲਝਣ ਵਿੱਚ ਸੀ। ਉਸ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਮਰੀਸ਼ੀ ਮੁਸਕਰਾ ਕੇ ਬੋਲੇ, ਪੁੱਤ, ਇਹੀ ਕਾਰਨ ਹੈ। ਮਰੀਸ਼ੀ ਨੇ ਹੱਸਦੇ ਹੋਏ ਕਿਹਾ, ਪੁੱਤ, ਅਧੂਰਾ ਗਿਆਨ ਹਮੇਸ਼ਾ ਨੁਕਸਾਨ ਕਰਦਾ ਹੈ। ਕਿਸ਼ਨ ਨੇ ਮਾਫੀ ਮੰਗੀ ਤੇ ਕਿਹਾ, ਮੁਨੀਵਰ, ਮੈਨੂੰ ਹਾਲੇ ਵੀ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਆਈ। ਮਰੀਸ਼ੀ ਨੇ ਕਿਹਾ, ਕਹਾਣੀ ਤਾਂ ਤੂੰ ਸਹੀ ਦੱਸੀ, ਪਰ ਤੈਨੂੰ ਅੱਧੀ ਗੱਲ ਹੀ ਪਤਾ ਹੈ। ਜੇਕਰ ਤੈਨੂੰ ਪੂਰੀ ਕਹਾਣੀ ਪਤਾ ਹੁੰਦੀ ਤਾਂ ਕਰਮ ਅਤੇ ਕਿਸਮਤ ਦੇ ਅਨੋਖੇ ਸੰਬੰਧ ਨੂੰ ਸਮਝ ਚੁੱਕਾ ਹੁੰਦਾ। ਰੀਆ ਨੇ ਹੱਥ ਜੋੜਦੇ ਹੋਏ ਕਿਹਾ, ਹੇ ਮੁਨੀਵਰ, ਸਾਨੂੰ ਮਾਫ ਕਰ ਦਿਓ ਤੇ ਸਾਨੂੰ ਪੂਰੀ ਕਹਾਣੀ ਦੱਸੋ। ਹੁਣ ਕਿਸ਼ਨ ਵੀ ਧਿਆਨ ਨਾਲ ਮਰੀਸ਼ੀ ਦੀਆਂ ਗੱਲਾਂ ਸੁਣਨ ਲੱਗਾ। ਮਰੀਸ਼ੀ ਨੇ ਸਮਝਾਉਂਦੇ ਹੋਏ ਕਿਹਾ, ਜਦ ਮਹਿਲ ਦੀ ਕੰਧ ਢਹਿ ਗਈ ਤਾਂ ਲੋਕਾਂ ਨੇ ਸੋਚਿਆ ਕਿ ਰਾਜਾ ਮਰ ਗਿਆ ਹੈ ਕਿਉਂਕਿ ਉਸ ਦਾ ਵਾਂ ਜਨਮਦਿਨ ਸੀ, ਪਰ ਕੁਝ ਘੰਟਿਆਂ ਬਾਅਦ ਪਤਾ ਲੱਗਾ ਕਿ ਰਾਜਾ ਜਿਉਂਦਾ ਹੈ, ਬਸ ਉਸ ਨੂੰ ਗੰਭੀਰ ਚੋਟ ਆਈ ਸੀ।
ਰਾਜਗੁਰੂ ਨੇ ਦੱਸਿਆ, ਮਹਾਰਾਜ, ਜੇਕਰ ਤੁਸੀਂ ਆਪਣੇ ਭਾਗ ਦੇ ਲਿਖੇ ਤੇ ਵਿਸ਼ਵਾਸ ਕਰਕੇ ਕੁਝ ਨਾ ਕਰਦੇ ਤਾਂ ਤੁਸੀਂ ਮਰ ਜਾਂਦੇ, ਪਰ ਤੁਸੀਂ ਆਪਣੇ ਕਰਮਾਂ ਰਾਹੀਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਤ ਇੱਕ ਚੋਟ ਵਿੱਚ ਬਦਲ ਗਈ। ਇਹ ਸੁਣ ਕੇ ਕਿਸ਼ਨ ਨੇ ਕਿਹਾ, ਮੁਨੀਵਰ, ਹੁਣ ਮੈਨੂੰ ਕੁਝ ਸਮਝ ਆ ਰਿਹਾ ਹੈ, ਪਰ ਮੇਰੇ ਮਨ ਵਿੱਚ ਹਾਲੇ ਵੀ ਕੁਝ ਸੰਦੇਹ ਹਨ। ਮਰੀਸ਼ੀ ਨੇ ਹੱਸਦੇ ਹੋਏ ਕਿਹਾ, ਪੁੱਤ, ਕੋਈ ਗੱਲ ਨਹੀਂ, ਮੈਂ ਹੁਣ ਤੈਨੂੰ ਭਾਗ ਅਤੇ ਕਰਮ ਦੇ ਅਨੋਖੇ ਸੰਬੰਧ ਨੂੰ ਇੱਕ ਹੋਰ ਕਹਾਣੀ ਰਾਹੀਂ ਸਮਝਾਵਾਂਗਾ। ਮਰੀਸ਼ੀ ਨੇ ਕਹਾਣੀ ਸ਼ੁਰੂ ਕੀਤੀ। ਇੱਕ ਸ਼ਹਿਰ ਵਿੱਚ ਇੱਕ ਮਛਿਆਰਾ ਰਹਿੰਦਾ ਸੀ। ਉਸ ਦੇ ਘਰ ਵਿੱਚ ਉਸ ਦੀ ਪਤਨੀ ਅਤੇ ਇੱਕ ਨਵਜਾਤ ਬੱਚਾ ਸੀ। ਕਈ ਸਾਲਾਂ ਦੀ ਉਡੀਕ ਤੋਂ ਬਾਅਦ ਉਸ ਨੂੰ ਇੱਕ ਧੀ ਪ੍ਰਾਪਤ ਹੋਈ, ਪਰ ਉਸ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਰਹੀ ਕਿਉਂਕਿ ਉਸ ਦੀ ਧੀ ਜਨਮ ਤੋਂ ਹੀ ਵਿਕਲਾਂਗ ਸੀ। ਇਹ ਕਿਸੇ ਵੀ ਮਾਪੇ ਲਈ ਅਸਵੀਕਾਰਯੋਗ ਸੀ, ਪਰ ਭਾਗ ਦਾ ਲਿਖਿਆ ਵੀ ਠੀਕ ਨਹੀਂ ਹੁੰਦਾ। ਮਛਿਆਰਾ ਰੋਜ਼ ਕੰਮ ਕਰਕੇ ਵਾਪਸ ਆਉਂਦਾ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦਾ, ਪਰ ਜਦ ਵੀ ਉਹ ਆਪਣੀ ਧੀ ਦਾ ਚਿਹਰਾ ਵੇਖਦਾ, ਉਹ ਸੋਚਦਾ, ਮੇਰੀ ਧੀ ਜਿਹੀ ਵੀ ਹੈ, ਮੈਨੂੰ ਪਿਆਰੀ ਹੈ। ਕਿਹੜੇ ਮਾਪੇ ਆਪਣੀ ਔਲਾਦ ਨਾਲ ਪਿਆਰ ਨਹੀਂ ਕਰਦੇ। ਉਧਰ ਉਸ ਦੀ ਪਤਨੀ ਹਮੇਸ਼ਾ ਰੋਂਦੀ ਰਹਿੰਦੀ। ਉਹ ਭਗਵਾਨ ਦੇ ਸਾਹਮਣੇ ਬੈਠ ਕੇ ਆਪਣੇ ਦੁੱਖ ਦੱਸਦੀ ਹੈ, ਈਸ਼ਵਰ, ਇਹ ਕਿਹੜਾ ਨਿਆਂ ਹੈ। ਅਸੀਂ ਤੈਥੋਂ ਸੰਤਾਨ ਦੀ ਭੀਖ ਮੰਗੀ, ਤੇਰੇ ਆਸ਼ੀਰਵਾਦ ਨਾਲ ਧੀ ਹੋਈ, ਪਰ ਅਸੀਂ ਖੁਸ਼ੀ ਦੀ ਬਜਾਏ ਅੱਜ ਵੀ ਅਥਰੂ ਵਗਾ ਰਹੇ ਹਾਂ। ਮਛਿਆਰਾ ਆਪਣੀ ਪਤਨੀ ਨੂੰ ਦੇਖ ਕੇ ਕਹਿੰਦਾ, ਪਿਆਰੀ, ਤੂੰ ਰੋਂਦੀ ਕਿਉਂ ਹੈ? ਅਸੀਂ ਤਾਂ ਕਿਸਮਤ ਦੇ ਮਾਰੇ ਹਾਂ, ਇਹੀ ਤਾਂ ਭਾਗ ਵਿੱਚ ਲਿਖਿਆ ਸੀ। ਇਸ ਤੇ ਉਸ ਦੀ ਪਤਨੀ ਕਹਿੰਦੀ, ਸੁਣੋ ਜੀ, ਮੈਂ ਸੁਣਿਆ ਹੈ ਕਿ ਸਾਡੇ ਰਾਜ ਦੇ ਰਾਜਾ ਬਹੁਤ ਦਿਆਲੂ ਅਤੇ ਪ੍ਰਜਾ ਪ੍ਰੇਮੀ ਹਨ। ਮਛਿਆਰਾ ਹੱਸ ਕੇ ਹਾਂ ਕਰਦਾ ਹੈ ਤਾਂ ਉਹਦੀ ਪਤਨੀ ਕਹਿੰਦੀ, ਸਾਨੂੰ ਰਾਜਾ ਕੋਲ ਜਾਣਾ ਚਾਹੀਦਾ ਹੈ। ਮਛਿਆਰਾ ਹੌਲੀ ਆਵਾਜ਼ 'ਚ ਕਹਿੰਦਾ, ਪਰ ਅਸੀਂ ਤਾਂ ਸਧਾਰਨ ਮਛਿਆਰੇ ਹਾਂ, ਰਾਜਾ ਸਾਨੂੰ ਕਿਉਂ ਮਿਲਣਗੇ? ਉਸ ਦੀ ਪਤਨੀ ਰੋਦੇ ਹੋਏ ਕਹਿੰਦੀ, ਸੁਣਿਆ ਹੈ ਕਿ ਰਾਜ ਦਰਬਾਰ ਦੇ ਰਾਜ ਵੈਦ ਵੱਡੇ ਰੋਗਾਂ ਦਾ ਇਲਾਜ ਕਰਦੇ ਹਨ। ਜੇਕਰ ਅਸੀਂ ਰਾਜਾ ਕੋਲ ਮਦਦ ਲਈ ਪੁਕਾਰ ਕਰੀਏ ਤਾਂ ਕੋਈ ਨਾ ਕੋਈ ਹੱਲ ਜ਼ਰੂਰ ਮਿਲੇਗਾ। ਪਤਨੀ ਦੀ ਗੱਲ ਮੰਨ ਕੇ ਮਛਿਆਰਾ ਆਪਣੀ ਪਤਨੀ ਅਤੇ ਧੀ ਨੂੰ ਲੈ ਕੇ ਰਾਜ ਦਰਬਾਰ ਪਹੁੰਚਦਾ ਹੈ। ਉੱਥੇ ਪਹੁੰਚ ਕੇ ਉਹ ਨਮਰਤਾ ਨਾਲ ਕਹਿੰਦਾ, ਹੇ ਰਾਜਨ, ਮੈਂ ਇੱਕ ਸਧਾਰਨ ਮਛਿਆਰਾ ਹਾਂ। ਇਹ ਮੇਰੀ ਪਤਨੀ ਅਤੇ ਧੀ ਹੈ। ਅਸੀਂ ਤੁਹਾਡੇ ਹੀ ਰਾਜ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਹਾਂ। ਰਾਜਾ ਨੇ ਉਹਨਾਂ ਦੀ ਹਾਲਤ ਦੇਖੀ ਤੇ ਕਿਹਾ, ਮੇਰੀ ਪ੍ਰਜਾ ਮੇਰੇ ਲਈ ਸਭ ਤੋਂ ਵਧੇਰੇ ਮਹੱਤਵਪੂਰਨ ਹੈ। ਦੱਸੋ ਤੁਹਾਡੀ ਕੀ ਸਮੱਸਿਆ ਹੈ ਜਿਸ ਕਰਕੇ ਤੁਹਾਨੂੰ ਇਹ ਪਰੇਸ਼ਾਨੀ ਭੋਗਣੀ ਪਈ? ਮਛਿਆਰਾ ਹੱਥ ਜੋੜ ਕੇ ਕਹਿੰਦਾ, ਮਹਾਰਾਜ, ਕਈ ਸਾਲਾਂ ਤੱਕ ਅਸੀਂ ਨਿਸੰਤਾਨ ਰਹੇ, ਪਰ ਫਿਰ ਭਗਵਾਨ ਦੀ ਕਿਰਪਾ ਨਾਲ ਧੀ ਹੋਈ, ਪਰ ਉਹ ਜਨਮ ਤੋਂ ਹੀ ਵਿਕਲਾਂਗ ਹੈ। ਅਸੀਂ ਸ਼ਹਿਰ ਦੇ ਹਰ ਇੱਕ ਹਕੀਮ ਤੇ ਵੈਦ ਕੋਲ ਗਏ, ਪਰ ਕਿਸੇ ਇਲਾਜ ਦਾ ਕੋਈ ਲਾਭ ਨਹੀਂ ਮਿਲਿਆ। ਮਛਿਆਰੇ ਦੀ ਗੱਲ ਸੁਣ ਕੇ ਰਾਜਾ ਨੇ ਕਿਹਾ, ਮਛਿਆਰੇ, ਬਿਨਾਂ ਕਿਸੇ ਝਿਜਕ ਦੇ ਆਪਣੇ ਦਿਲ ਦੀ ਗੱਲ ਦੱਸੋ। ਜੇਕਰ ਤੁਹਾਨੂੰ ਕਿਸੇ ਵੀ ਮਦਦ ਦੀ ਲੋੜ ਹੋਵੇ ਤਾਂ ਮੈਨੂੰ ਦੱਸੋ। ਮਛਿਆਰੇ ਦੀ ਪਤਨੀ ਨੇ ਆਸ ਨਾਲ ਕਿਹਾ, ਮਹਾਰਾਜ, ਸਾਡੇ ਪਿੰਡ ਦੀ ਇੱਕ ਔਰਤ ਨੇ ਦੱਸਿਆ ਕਿ ਰਾਜ ਦਰਬਾਰ ਵਿੱਚ ਰਾਜ ਵੈਦ ਹਨ ਜੋ ਹਰ ਤਰ੍ਹਾਂ ਦੇ ਰੋਗਾਂ ਦਾ ਇਲਾਜ ਕਰਦੇ ਹਨ। ਜੇਕਰ ਉਹ ਸਾਡੀ ਧੀ ਦੀ ਜਾਂਚ ਕਰਨ ਤਾਂ ਸ਼ਾਇਦ ਉਹ ਤੰਦਰੁਸਤ ਹੋ ਸਕਦੀ ਹੈ। ਇਹ ਗੱਲ ਸੁਣ ਕੇ ਰਾਜਾ ਨੇ ਤੁਰੰਤ ਰਾਜ ਵੈਦ ਨੂੰ ਬੁਲਾਇਆ ਜੋ ਦਵਾਈਆਂ ਅਤੇ ਰੋਗਾਂ ਦੀ ਗਹਿਰੀ ਜਾਣਕਾਰੀ ਰੱਖਦੇ ਸਨ। ਉਹਨਾਂ ਨੇ ਬੱਚੀ ਦੀ ਘੰਟਿਆਂ ਲੰਬੀ ਜਾਂਚ ਕੀਤੀ। ਮਛਿਆਰਾ ਅਤੇ ਉਸ ਦੀ ਪਤਨੀ ਉਮੀਦ ਦੀ ਲੌ ਜਗਾ ਰਹੇ ਸਨ, ਪਰ ਅਚਾਨਕ ਰਾਜ ਵੈਦ ਨੇ ਅਫਸੋਸ ਨਾਲ ਕਿਹਾ, ਮਾਫ ਕਰਨਾ ਮਹਾਰਾਜ, ਪਰ ਇਹ ਬੱਚੀ ਕਦੇ ਵੀ ਤੰਦਰੁਸਤ ਨਹੀਂ ਹੋ ਸਕਦੀ। ਮੈਂ ਕਈ ਰੋਗਾਂ ਦਾ ਇਲਾਜ ਕਰ ਚੁੱਕਾ ਹਾਂ, ਪਰ ਇਸ ਬੱਚੀ ਦੀ ਹਾਲਤ ਕਿਸਮਤ ਦੀ ਲਿਖੀ ਹੋਈ ਲੱਗਦੀ ਹੈ ਅਤੇ ਕਿਸਮਤ ਨੂੰ ਕੋਈ ਨਹੀਂ ਬਦਲ ਸਕਦਾ। ਇਹ ਸੁਣ ਕੇ ਮਛਿਆਰਾ ਰੋ ਪਿਆ ਅਤੇ ਕਹਿਣ ਲੱਗਾ, ਹੈ ਦਇਆਲੂ ਰਾਜਨ, ਕੀ ਮੇਰੀ ਧੀ ਨੂੰ ਠੀਕ ਕਰਨ ਦਾ ਕੋਈ ਵੀ ਉਪਾਅ ਨਹੀਂ? ਤਦ ਰਾਜਾ ਨੇ ਕੁਝ ਸੋਚਦੇ ਹੋਏ ਕਿਹਾ, ਸ਼ਾਇਦ ਇੱਕ ਆਖਰੀ ਉਪਾਅ ਹੋ ਸਕਦਾ ਹੈ। ਇਹ ਸੁਣ ਕੇ ਸਭ ਦੀਆਂ ਨਜ਼ਰਾਂ ਰਾਜਾ ਉੱਤੇ ਟਿਕ ਗਈਆਂ। ਰਾਜਾ ਨੇ ਕਿਹਾ, ਸਾਡਾ ਰਾਜਗੁਰੂ ਜੋ ਮਹਾਨ ਗਿਆਨੀ ਹੈ, ਜੋ ਪੂਰੀ ਜ਼ਿੰਦਗੀ ਦੇ ਭਾਗ ਰੇਖਾ ਨੂੰ ਇੱਕ ਝਲਕ 'ਚ ਪੜ੍ਹ ਸਕਦਾ ਹੈ, ਹੁਣ ਉਹੀ ਆਖਰੀ ਉਮੀਦ ਹੋ ਸਕਦਾ ਹੈ। ਰਾਜਗੁਰੂ ਮਹਿਲ 'ਚ ਆਉਂਦੇ ਹਨ ਤੇ ਬੱਚੀ ਦੀ ਹਥੇਲੀ ਨੂੰ ਗੰਭੀਰਤਾ ਨਾਲ ਵੇਖਦੇ ਹਨ। ਸਾਰਾ ਦਰਬਾਰ ਚੁੱਪ ਹੋ ਗਿਆ। ਦੁਪਹਿਰ ਤੋਂ ਸ਼ਾਮ ਹੋ ਗਈ, ਪਰ ਰਾਜਗੁਰੂ ਨੇ ਇੱਕ ਵੀ ਸ਼ਬਦ ਨਾ ਬੋਲੇ। ਅਚਾਨਕ ਉਹ ਚੁੱਪਚਾਪ ਕੱਛ ਛੱਡ ਕੇ ਬਾਹਰ ਚਲੇ ਗਏ। ਇਹ ਵੇਖ ਕੇ ਮਛਿਆਰੇ ਦੀ ਪਤਨੀ ਰਾਜਗੁਰੂ ਦੇ ਪਿੱਛੇ ਦੌੜ ਪਈ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਗਈ। ਉਹ ਆ ਭਰੀ ਅਤੇ ਅੱਖਾਂ ਵਿੱਚ ਹੰਝੂ ਲੈ ਕੇ ਬੋਲੀ, ਗੁਰੂਦੇਵ, ਕਿਰਪਾ ਕਰਕੇ ਚਲੇ ਨਾ ਜਾਓ। ਤੁਸੀਂ ਤਾਂ ਮਹਾਨ ਗਿਆਨੀ ਹੋ ਜੋ ਗ੍ਰੰਥਾਂ ਅਤੇ ਭਾਗ ਰੇਖਾਵਾਂ ਦਾ ਗਿਆਨ ਰੱਖਦੇ ਹੋ। ਕਿ ਤੁਸੀਂ ਮੇਰੀ ਬੇਟੀ ਦਾ ਭਾਗ ਨਹੀਂ ਬਦਲ ਸਕਦੇ? ਮਛਿਆਰੇ ਦੀ ਪਤਨੀ ਦੀ ਇਹ ਗੁਹਾਰ ਸੁਣ ਕੇ ਰਾਜਗੁਰੂ ਦੇ ਮਨ ਵਿੱਚ ਹਲਚਲ ਮਚ ਗਈ। ਉਹਨਾਂ ਨੇ ਆਪਣੇ ਆਪ ਨੂੰ ਬਹੁਤ ਮੁਸ਼ਕਲ ਨਾਲ ਸੰਭਾਲਿਆ, ਕਿਉਂਕਿ ਉਹ ਪਹਿਲੀ ਵਾਰ ਅਜਿਹੀ ਪਰਿਸਥਿਤੀ ਵਿੱਚ ਸੀ।
ਜੋ ਦੇ ਲੋਕਾਂ ਨੂੰ ਉਮੀਦ ਦਿੰਦੇ, ਉਹਨਾਂ ਦੇ ਗੁੰਝਲ ਦਰਸਤ ਕਰਦੇ। ਅੱਜ ਪਹਿਲੀ ਵਾਰ ਉਹ ਖੁਦ ਨਿਸ਼ਬਦ ਹੋ ਗਏ। ਅਖੀਰ ਬਹੁਤ ਮੁਸ਼ਕਲ ਨਾਲ ਰਾਜਗੁਰੂ ਨੇ ਆਪ ਪਰਦੇ ਹੋਏ ਕਿਹਾ, ਬੇਟੀ ਮੈਨੂੰ ਮਾਫ ਕਰ ਦੇ। ਇਹ ਪਹਿਲੀ ਵਾਰ ਹੈ ਜਦ ਮੈਂ ਕਿਸੇ ਅਸਹਾਇਤਾ ਮਹਿਸੂਸ ਕਰ ਰਿਹਾ ਹਾਂ। ਤੇਰੀ ਬੇਟੀ ਦੇ ਭਾਗ ਵਿੱਚ ਹੀ ਵਿਕਲਾਂਗ ਹੋਣਾ ਲਿਖਿਆ ਹੈ। ਮੈਂ ਗਿਆਨੀ ਹੋ ਸਕਦਾ ਹਾਂ ਪਰ ਭਗਵਾਨ ਨਹੀਂ। ਇਹ ਗੱਲ ਸੁਣ ਕੇ ਮਛਿਆਰਾ ਜੋ ਹੁਣ ਉੱਥੇ ਪਹੁੰਚ ਗਿਆ ਸੀ, ਉਸ ਦੀ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ। ਰਾਤ ਦਾ ਸਮਾਂ ਹੋ ਗਿਆ ਸੀ, ਇਸ ਕਰਕੇ ਰਾਜਾ ਨੇ ਉਹਨਾਂ ਨੂੰ ਮੱਲ ਵਿੱਚ ਰਹਿਣ ਦਾ ਹੁਕਮ ਦਿੱਤਾ। ਉਹ ਲੋਕ ਥੱਕ ਹਾਰੇ ਆਪਣੀ ਧੀ ਨੂੰ ਲੈ ਕੇ ਮੱਲ ਵਿੱਚ ਰਹਿ ਗਏ, ਕਿਉਂਕਿ ਅੰਧੇਰੀ ਰਾਤ ਵਿੱਚ ਉਹ ਆਪਣੀ ਨਿਰੀ ਮੋਹੀ ਧੀ ਨੂੰ ਲੈ ਕੇ ਕਿੱਥੇ ਜਾਂਦੇ। ਅਗਲੇ ਦਿਨ ਉਹਨਾਂ ਨੇ ਮਹਿਲ ਛੱਡ ਦਿੱਤਾ ਤੇ ਆਪਣੇ ਸ਼ਹਿਰ ਵਾਪਸ ਜਾਣ ਲੱਗੇ। ਰਾਹ ਵਿੱਚ ਮਛਿਆਰਾ ਅਤੇ ਉਸ ਦੀ ਪਤਨੀ ਹਮੇਸ਼ਾ ਇਹੀ ਸੋਚ ਰਹੇ ਸਨ ਕਿ ਜਦ ਤੱਕ ਅਸੀਂ ਜਿਉਂਦੇ ਹਾਂ ਤਦ ਤੱਕ ਆਪਣੀ ਧੀ ਦੀ ਦੇਖਭਾਲ ਕਰ ਸਕਦੇ ਹਾਂ, ਪਰ ਅਸੀਂ ਇਸ ਦੁਨੀਆ 'ਚ ਹਮੇਸ਼ਾ ਨਹੀਂ ਰਹਾਂਗੇ। ਸਾਡੇ ਬਾਅਦ ਸਾਡੀ ਧੀ ਦਾ ਕੀ ਹੋਵੇਗਾ? ਉਹ ਆਪਣੇ ਆਪ ਕਿਵੇਂ ਰਹੇਗੀ? ਇਹ ਦੁਨੀਆ ਜੋ ਮਜਬੂਰ ਲੋਕਾਂ ਨੂੰ ਕਦੇ ਮੰਨਦੀ ਨਹੀਂ, ਕਿ ਉਹ ਇਸ ਬੇਚਾਰੀ ਨੂੰ ਇਕਲਾ ਜੀਣ ਦੇਵੇਗੀ? ਇਨ੍ਹਾਂ ਸੋਚਾਂ ਵਿੱਚ ਡੁੱਬੇ ਹੋਏ ਉਹ ਜੰਗਲ ਰਾਹੀਂ ਆਪਣੇ ਘਰ ਪਹੁੰਚ ਗਏ। ਸਫ਼ਰ ਦੀ ਥਕਾਵਟ ਹੋਣ ਦੇ ਬਾਵਜੂਦ ਉਹਨਾਂ ਨੇ ਖਾਣ ਨੂੰ ਵੀ ਨਹੀਂ ਛੂਇਆ। ਸਿਰਫ ਭਗਵਾਨ ਅੱਗੇ ਦੀਵਾ ਜਲਾਇਆ ਤੇ ਚੁੱਪਚਾਪ ਬੈਠ ਗਏ। ਉਹਨਾਂ ਦੇ ਲਫ਼ਜ਼ ਨਹੀਂ ਨਿਕਲ ਰਹੇ ਸਨ, ਪਰ ਅੱਖਾਂ ਵਿੱਚੋਂ ਵਗਦੇ ਹੰਝੂਆਂ ਨੇ ਸਭ ਕੁਝ ਕਹਿ ਦਿੱਤਾ। ਇਸ ਤਰ੍ਹਾਂ ਉਹ ਪਿਆਰ ਭਰੀ ਤਕਲੀਫ ਵਿੱਚ ਰਾਤ ਬਿਤਾਉਂਦੇ ਰਹੇ। ਪਰ ਫਿਰ ਜਦ ਬੱਚੀ ਰੋਈ ਤਾਂ ਮਛਿਆਰੇ ਦੀ ਪਤਨੀ ਨੇ ਉਸ ਨੂੰ ਦੁੱਧ ਪਿਲਾ ਕੇ ਸੁਤਾ ਦਿੱਤਾ ਤੇ ਆਪ ਵੀ ਉਸ ਦੇ ਕੋਲ ਸੋ ਗਈ। ਪਰ ਮਛਿਆਰਾ ਜੋ ਭਗਵਾਨ ਦੇ ਸਾਹਮਣੇ ਹੱਥ ਜੋੜੇ ਬੈਠਾ ਸੀ, ਅਚਾਨਕ ਸੋ ਗਿਆ। ਜਿਵੇਂ ਹੀ ਉਹ ਅੱਖਾਂ ਬੰਦ ਕਰਦਾ, ਉਸ ਨੂੰ ਆਪਣੇ ਸੁਪਨੇ ਵਿੱਚ ਠਾਕੁਰ ਭਗਵਾਨ ਦੀ ਝਲਕ ਦਿਸਦੀ ਹੈ। ਉਹ ਮਹਿਸੂਸ ਕਰਦਾ ਹੈ ਕਿ ਜਿਵੇਂ ਉਹ ਸੱਚਮੁੱਚ ਠਾਕੁਰ ਜੀ ਦੇ ਦਰਸ਼ਨ ਕਰ ਰਿਹਾ ਹੋਵੇ। ਭਗਵਾਨ ਨੂੰ ਵੇਖ ਕੇ ਉਹ ਖੁਸ਼ੀ ਅਤੇ ਦੁੱਖ ਦੋਵਾਂ ਵਿਚਕਾਰ ਹੋ ਜਾਂਦਾ ਹੈ। ਉਹ ਆ ਭਰ ਕੇ ਪੁੱਛਦਾ ਹੈ, ਹੇ ਠਾਕੁਰ ਜੀ, ਅਸੀਂ ਬਹੁਤ ਤਪੱਸਿਆ ਕੀਤੀ, ਬਹੁਤ ਅਰਦਾਸਾਂ ਕੀਤੀਆਂ, ਤਦ ਜਾ ਕੇ ਤੁਸੀਂ ਸਾਨੂੰ ਧੀ ਦੀ ਦਾਤ ਦਿੱਤੀ, ਪਰ ਤੁਸੀਂ ਹੀ ਇਹ ਕਿਉਂ ਲਿਖਿਆ ਕਿ ਉਹ ਜਨਮ ਤੋਂ ਵਿਕਲਾਂਗ ਹੋਵੇ? ਠਾਕੁਰ ਜੀ ਮੁਸਕਰਾਏ ਅਤੇ ਕਹੇ, ਹੇ ਮਛਿਆਰੇ, ਮੈਂ ਹਰ ਵੇਲੇ ਤੇਰੀ ਭਗਤੀ ਤੋਂ ਪ੍ਰਸੰਨ ਹੁੰਦਾ ਹਾਂ। ਨਾ ਹੀ ਤੇਰੀ ਪੂਜਾ ਵਿੱਚ ਕੋਈ ਗਲਤੀ ਹੋਈ ਹੈ। ਮੇਰੀ ਗੱਲ ਧਿਆਨ ਨਾਲ ਸੁਣ। ਮੈਂ ਨਾ ਤਾਂ ਤੇਰੀ ਧੀ ਦਾ ਭਾਗ ਲਿਖਿਆ ਹੈ, ਨਾ ਹੀ ਕਿਸੇ ਹੋਰ ਜੀਵ ਜੰਤੂ ਦਾ। ਇਹ ਤਾਂ ਖੁਦ ਮਨੁੱਖ ਦੇ ਕਰਮ ਹੁੰਦੇ ਹਨ ਜੋ ਉਸ ਦਾ ਭਵਿੱਖ ਬਣਾਉਂਦੇ ਹਨ। ਇਹ ਗੱਲ ਸੁਣ ਕੇ ਮਛਿਆਰਾ ਹੈਰਾਨ ਰਹਿ ਗਿਆ ਅਤੇ ਬੇਨਤੀ ਕੀਤੀ, ਹੈ ਪ੍ਰਭੂ, ਮੈਨੂੰ ਇਹ ਗੱਲ ਹੋਰ ਸੌਖੀ ਅਤੇ ਵਿਸਥਾਰ ਨਾਲ ਸਮਝਾਓ। ਠਾਕੁਰ ਜੀ ਨੇ ਮੁਸਕਰਾ ਕੇ ਕਿਹਾ, ਮੇਰੇ ਪ੍ਰੀਤਮ ਭਗਤ, ਜੋ ਤੇਰੀ ਧੀ ਅੱਜ ਭੋਗ ਰਹੀ ਹੈ ਉਹ ਉਸ ਦੇ ਪਿਛਲੇ ਜਨਮ ਦੇ ਕਰਮਾਂ ਦਾ ਹੀ ਨਤੀਜਾ ਹੈ। ਇੱਕ ਸਮੇਂ ਇੱਕ ਸ਼ਹਿਰ ਵਿੱਚ ਇੱਕ ਜੋਰੀ ਰਹਿੰਦਾ ਸੀ ਜੋ ਬਹੁਤ ਧਨਵਾਨ ਸੀ। ਉਸ ਦੀ 3 ਧੀਆਂ ਸਨ ਅਤੇ ਤੇਰੀ ਧੀ ਉਹਨਾਂ ਵਿੱਚ ਸਭ ਤੋਂ ਛੋਟੀ ਸੀ। ਉਹ ਆਪਣੇ ਪਿਤਾ ਦੀ ਸਭ ਤੋਂ ਲਾਡਲੀ ਸੀ, ਪਰ ਨਾਲ ਹੀ ਅਹੰਕਾਰ ਵੀ ਭਰਪੂਰ ਸੀ। ਉਸ ਦੇ ਕੋਲ ਰੂਪ, ਗਿਆਨ ਅਤੇ ਧਨ ਦੀ ਕੋਈ ਕਮੀ ਨਹੀਂ ਸੀ, ਪਰ ਅਕਸਰ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਉਸ ਨੂੰ ਇਹ ਸਭ ਕੁਝ ਉਸ ਦੇ ਚੰਗੇ ਕਰਮਾਂ ਦੇ ਕਾਰਨ ਮਿਲਿਆ ਹੈ, ਪਰ ਉਹ ਉੱਚਾ ਜੀਵਨ ਜੀਣ ਦੀ ਬਜਾਏ ਅਹੰਕਾਰ ਵਿੱਚ ਡੁੱਬ ਜਾਂਦਾ ਹੈ। ਇੱਕ ਦਿਨ ਸ਼ਹਿਰ ਵਿੱਚ ਮੇਲਾ ਲੱਗਾ। ਉਹ ਕੁੜੀ ਵੀ ਮੇਲੇ ਵਿੱਚ ਘੁੰਮ ਰਹੀ ਸੀ ਜਦੋਂ ਅਚਾਨਕ ਭੀੜ ਕਾਰਨ ਇੱਕ ਵਿਕਲਾਂਗ ਭਿਖਾਰੀ ਉਸ ਨਾਲ ਟਕਰਾ ਗਿਆ। ਉਸ ਗਰੀਬ ਨੇ ਮਾਫੀ ਮੰਗਣ ਦੀ ਬਜਾਏ ਉਲਟਾ ਉਸ ਕੁੜੀ ਨੇ ਉਸ ਨੂੰ ਅਪਮਾਨਿਤ ਕਰ ਦਿੱਤਾ ਤੇ ਕਿਹਾ, ਜੇ ਤੂੰ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ ਤਾਂ ਘਰ ਬੈਠ। ਮੈਨੂੰ ਤੈਨੂੰ ਵੇਖਣ ਤੱਕ ਨਫ਼ਰਤ ਆ ਰਹੀ ਹੈ। ਇਹ ਸੁਣ ਕੇ ਸਾਰੇ ਲੋਕ ਉਸ ਕੁੜੀ ਦੀ ਹੀ ਗੱਲ ਮੰਨਣ ਲੱਗ ਪਏ, ਕਿਉਂਕਿ ਉਹ ਅਮੀਰ ਘਰ ਦੀ ਸੀ। ਉਹ ਗਰੀਬ ਜੋ ਪਹਿਲਾਂ ਹੀ ਦੁਖੀ ਸੀ ਹੁਣ ਅਸੀਂਚ ਹੋ ਗਿਆ। ਉਸਨੇ ਸੋਚਿਆ, ਹੇ ਪ੍ਰਭੂ, ਜਦੋਂ ਇਹ ਲੋਕ ਵੀ ਕਿਸੇ ਦਿਨ ਮੈਨੂੰ ਵਾਂਗ ਬੇਬਸ ਮਹਿਸੂਸ ਕਰਨਗੇ ਤਾਂ ਇਹ ਜਾਣਨਗੇ ਕਿ ਮੈਨੂੰ ਕਿੰਨਾ ਦਰਦ ਹੁੰਦਾ ਹੈ। ਇਹੀ ਕਰਕੇ ਤੇਰੀ ਧੀ ਆਪਣੀ ਹੀ ਲਿਖੀ ਹੋਈ ਤਕਦੀਰ ਨੂੰ ਭੋਗ ਰਹੀ ਹੈ। ਇਹ ਗੱਲ ਸੁਣ ਕੇ ਮਛਿਆਰਾ ਕੁਝ ਸਮੇਂ ਲਈ ਚੁੱਪ ਰਹਿ ਗਿਆ। ਨਾ ਉਹ ਕੁਝ ਸੋਚ ਸਕਿਆ, ਨਾ ਹੀ ਬੋਲ ਸਕਿਆ। ਫਿਰ ਠਾਕੁਰ ਜੀ ਨੇ ਕਿਹਾ, ਮੇਰੇ ਪ੍ਰੀਤਮ ਭਗਤ, ਚਿੰਤਾ ਨਾ ਕਰ। ਜਦੋਂ ਕੋਈ ਆਤਮਾ ਚੰਗੇ ਕਰਮਾਂ ਨਾਲ ਜਨਮ ਲੈਂਦੀ ਹੈ ਤਾਂ ਉਸ ਦੇ ਜੀਵਨ ਵਿੱਚ ਸੰਘਰਸ਼ ਤੇ ਦੁੱਖ ਜ਼ਰੂਰ ਆਉਂਦੇ ਹਨ, ਕਿਉਂਕਿ ਹਰ ਆਤਮਾ ਨੇ ਆਪਣੇ ਪਿਛਲੇ ਕਰਮਾਂ ਦਾ ਭੋਗ ਭੁਗਤਣਾ ਹੀ ਪੈਂਦਾ ਹੈ ਤਾਂ ਕਿ ਉਹ ਮੁਕਤੀ ਪਾ ਸਕੇ। ਪਰ ਯਾਦ ਰੱਖ, ਤੇਰੀ ਧੀ ਦੀ ਇਹ ਹਾਲਤ ਕੋਈ ਸ਼ਾਪ ਨਹੀਂ, ਇਹ ਇੱਕ ਪ੍ਰੀਖਿਆ ਹੈ। ਜੇਕਰ ਉਹ ਧੈਰਜ ਅਤੇ ਹੌਸਲੇ ਨਾਲ ਇਹ ਸੰਘਰਸ਼ ਲੰਘਾ ਲਵੇ ਤਾਂ ਉਹ ਆਪਣਾ ਭਾਗ ਵੀ ਬਦਲ ਸਕਦੀ ਹੈ। ਇੱਕ ਦਿਨ ਉਹ ਕੰਮ ਕਰੇਗੀ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ। ਮਛਿਆਰਾ ਭਾਵੁਕ ਹੋ ਗਿਆ ਤੇ ਪੁੱਛਿਆ, ਹੇ ਠਾਕੁਰ ਜੀ, ਕੀ ਮੇਰੀ ਧੀ ਆਪਣੀ ਕਿਸਮਤ ਬਦਲ ਸਕਦੀ ਹੈ? ਠਾਕੁਰ ਜੀ ਨੇ ਉੱਤਰ ਦਿੱਤਾ, ਬਿਲਕੁਲ ਮੇਰੇ ਭਗਤ। ਕਰਮਾਂ ਤੋਂ ਹੀ ਭਾਗ ਬਣਦਾ ਹੈ। ਇਹ ਮਨੁੱਖ ਦੀ ਆਪਣੀ ਸੋਚ ਹੈ ਕਿ ਭਾਗ ਕਿਸੇ ਹੋਰ ਨੇ ਲਿਖਿਆ ਹੈ। ਅਸਲ ਵਿੱਚ
ਮਨੁੱਖ ਨੇ ਅਜੇ ਤੱਕ ਆਪਣੇ ਕਰਮਾਂ ਦੀ ਤਾਕਤ ਨੂੰ ਸਮਝਿਆ ਹੀ ਨਹੀਂ। ਜਿਸ ਦਿਨ ਉਹ ਆਪਣੇ ਅੰਦਰ ਦੀ ਤਾਕਤ ਨੂੰ ਜਾਣ ਲਵੇਗਾ, ਉਹ ਕਿਸਮਤ ਨੂੰ ਕਦੇ ਦੋਸ਼ੀ ਨਹੀਂ ਠਹਿਰਾਏਗਾ। ਫਿਰ ਠਾਕੁਰ ਜੀ ਨੇ ਕਿਹਾ, ਮੇਰੇ ਭਗਤ, ਮੈਂ ਤੇਰੀ ਅਰਦਾਸ ਸੁਣ ਕੇ ਆਇਆ ਹਾਂ ਤਾਂ ਕਿ ਤੇਰੀ ਪੀੜਾ ਖਤਮ ਕਰ ਸਕਾਂ। ਮਛਿਆਰੇ ਨੇ ਹੱਥ ਜੋੜ ਕੇ ਪੁੱਛਿਆ, ਹੇ ਪ੍ਰਭੂ, ਕਿਹੜਾ ਉਪਾਅ ਕਰੀਏ ਜਿਸ ਨਾਲ ਮੇਰੀ ਧੀ ਆਪਣੇ ਪਿਛਲੇ ਕਰਮਾਂ ਤੋਂ ਮੁਕਤ ਹੋ ਸਕੇ ਤੇ ਇੱਕ ਸਮਰਥ ਜੀਵਨ ਜੀ ਸਕੇ। ਸ਼੍ਰੀ ਠਾਕੁਰ ਜੀ ਨੇ ਮਛਿਆਰੇ ਨੂੰ ਸਮਝਾਇਆ ਕਿ ਜੀਵਨ ਵਿੱਚ ਭਾਗ ਕਿਸੇ ਹੋਰ ਵੱਲੋਂ ਨਹੀਂ, ਸਗੋਂ ਖੁਦ ਮਨੁੱਖ ਦੇ ਕੀਤੇ ਕਰਮਾਂ ਤੋਂ ਬਣਦਾ ਹੈ। ਉਹ ਕਹਿ ਰਹੇ ਸਨ ਕਿ ਜੇਕਰ ਮਛਿਆਰਾ ਅਤੇ ਉਸ ਦੀ ਪਤਨੀ ਆਪਣੀ ਬੇਟੀ ਨੂੰ ਚੰਗੇ ਸੰਸਕਾਰ ਦੇਣਗੇ, ਉਸ ਨੂੰ ਨੇਕੀ ਦੀ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਨਗੇ, ਤਾਂ ਉਹ ਆਪਣੇ ਕਰਮਾਂ ਰਾਹੀਂ ਆਪਣੀ ਕਿਸਮਤ ਬਦਲ ਸਕੇਗੀ। ਉਹਨਾਂ ਨੇ ਕਿਹਾ ਕਿ ਜਦੋਂ ਉਸ ਦੀ ਬੇਟੀ ਹੋਰਾਂ ਦੇ ਦੁੱਖ ਦਰਦ ਨੂੰ ਸਮਝੇਗੀ, ਵੱਡਿਆਂ ਦੀ ਇੱਜ਼ਤ ਕਰੇਗੀ, ਸਭ ਨੂੰ ਪਿਆਰ ਦੇਵੇਗੀ ਅਤੇ ਆਪਣੀ ਜ਼ਿੰਦਗੀ ਵਿੱਚ ਚੰਗੇ ਕਰਮ ਕਰੇਗੀ, ਤਾਂ ਉਸ ਦੀ ਭਾਗਯ ਰੇਖਾ ਵੀ ਬਦਲੇਗੀ। ਠਾਕੁਰ ਜੀ ਨੇ ਮਛਿਆਰੇ ਨੂੰ ਇਹ ਵੀ ਸਮਝਾਇਆ ਕਿ ਹਰ ਜੀਵਨ ਸਮਾਨ ਹੁੰਦਾ ਹੈ, ਪਰ ਮਨੁੱਖ ਨੂੰ ਆਪਣੇ ਕਰਮਾਂ ਰਾਹੀਂ ਆਪਣੇ ਜੀਵਨ ਨੂੰ ਸੁੰਦਰ ਅਤੇ ਸਫਲ ਬਣਾਉਣ ਦਾ ਅਧਿਕਾਰ ਮਿਲਿਆ ਹੈ। ਇਹ ਸਭ ਸੁਣ ਕੇ ਮਛਿਆਰਾ ਪ੍ਰਭੂ ਦੇ ਉਪਦੇਸ਼ ਨੂੰ ਸਮਝ ਗਿਆ। ਉਹਨਾਂ ਦੀਆਂ ਅੱਖਾਂ ਖੁੱਲ੍ਹਦਿਆਂ ਹੀ ਉਸਨੇ ਆਪਣੀ ਪਤਨੀ ਨੂੰ ਇਹ ਸਭ ਦੱਸਿਆ ਅਤੇ ਦੋਵੇਂ ਨੇ ਆਪਣੇ ਹੰਝੂਆਂ ਨਾਲ ਰੱਬ ਦਾ ਧੰਨਵਾਦ ਕੀਤਾ। ਉਸ ਦਿਨ ਤੋਂ ਉਹ ਇੱਕ ਨਵੀਂ ਉਮੀਦ ਨਾਲ ਆਪਣੀ ਬੇਟੀ ਦੀ ਪਰਵਰਿਸ਼ ਕਰਨ ਲੱਗੇ। ਸਮਾਂ ਬੀਤਦਾ ਗਿਆ ਅਤੇ ਉਹ ਬੇਟੀ 12 ਸਾਲ ਦੀ ਹੋ ਗਈ। ਉਹ ਬਹੁਤ ਨੇਕ ਅਤੇ ਦਇਆਲੂ ਬਣ ਗਈ, ਲੋਕਾਂ ਦੀ ਮਦਦ ਕਰਦੀ, ਬਜ਼ੁਰਗਾਂ ਦੀ ਇੱਜ਼ਤ ਕਰਦੀ ਅਤੇ ਹਰ ਕਿਸੇ ਨਾਲ ਪਿਆਰ ਨਾਲ ਪੇਸ਼ ਆਉਂਦੀ। ਇੱਕ ਦਿਨ ਉਹ ਆਪਣੇ ਘਰ ਦੇ ਨੇੜੇ ਖੇਡ ਰਹੀ ਸੀ, ਜਦੋਂ ਇੱਕ ਰਾਗੀਰ ਕੜੀ ਧੂਪ ਕਾਰਨ ਚੱਕਰ ਖਾ ਕੇ ਡਿੱਗ ਪਿਆ। ਉਸਨੇ ਤੁਰੰਤ ਉਸ ਦੀ ਮਦਦ ਕੀਤੀ ਅਤੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਆਪਣੇ ਘਰ ਲੈ ਗਈ। ਉੱਥੇ ਉਸ ਦੀ ਸੰਭਾਲ ਕੀਤੀ ਗਈ ਅਤੇ ਜਦ ਰਾਗੀਰ ਹੋਸ਼ ਵਿੱਚ ਆਇਆ, ਉਸਨੇ ਉਸ ਦੀ ਇੱਜ਼ਤ ਕੀਤੀ ਅਤੇ ਧੰਨਵਾਦ ਕੀਤਾ। ਮੁਆਰਾ ਆਪਣੀ ਛੋਟੀ ਉਮਰ ਦੀ ਬੇਟੀ ਦੇ ਵੱਡੇ ਦਿਲ ਦੀ ਪ੍ਰਸ਼ੰਸਾ ਕਰ ਰਿਹਾ ਸੀ। ਜਦੋਂ ਇੱਕ ਰਾਗੀਰ ਨੇ ਉਸ ਦੇ ਹੱਥ ਵੱਲ ਤਾਕਿਆ, ਉਹਨਾਂ ਨੇ ਮੁਆਰੇ ਨੂੰ ਪੁੱਛਿਆ ਕਿ ਬੇਟੀ ਦੇ ਹੱਥ ਨੂੰ ਕੀ ਹੋਇਆ ਹੈ। ਮੁਆਰੇ ਨੇ ਬਿਨਾਂ ਕਿਸੇ ਦੁੱਖ ਜਾਂ ਸੰਕੋਚ ਦੇ ਕਿਹਾ, ਇਹ ਮੇਰੀ ਬੇਟੀ ਹੈ ਜੋ ਜਨਮ ਤੋਂ ਹੀ ਅਸਮਰਥ ਹੈ, ਪਰ ਸਾਨੂੰ ਆਪਣੇ ਕਾਮ ਤੇ ਯਕੀਨ ਹੈ, ਇੱਕ ਦਿਨ ਮੇਰੀ ਬੇਟੀ ਪੂਰੀ ਤਰ੍ਹਾਂ ਸਮਰਥ ਹੋ ਜਾਵੇਗੀ। ਇਹ ਸੁਣ ਕੇ ਰਾਗੀਰ ਨੇ ਤੁਰੰਤ ਆਪਣਾ ਥੈਲਾ ਮੰਗਿਆ। ਹਾਜ਼ਰ ਲੋਕ ਹੈਰਾਨ ਰਹਿ ਗਏ। ਮੁਆਰਾ ਤੇ ਉਸ ਦੀ ਪਤਨੀ ਸੋਚ ਰਹੇ ਸਨ ਕਿ ਸ਼ਾਇਦ ਰਾਗੀਰ ਨੂੰ ਬੇਟੀ ਦੀ ਅਸਮਰਥਤਾ ਪਸੰਦ ਨਹੀਂ ਆਈ, ਪਰ ਜਦੋਂ ਬੇਟੀ ਨੇ ਥੈਲਾ ਦਿੱਤਾ ਤਾਂ ਰਾਗੀਰ ਨੇ ਕਿਹਾ, ਮੈਂ ਹੱਡੀਆਂ ਦਾ ਵੈਦ ਹਾਂ, ਤੇਰੀ ਬੇਟੀ ਦਾ ਇਲਾਜ ਕਰ ਸਕਦਾ ਹਾਂ। ਉਹਨਾਂ ਨੇ ਮਰਮ ਲਗਾਇਆ ਤੇ ਕਿਹਾ ਕਿ 1 ਮਹੀਨੇ ਵਿੱਚ ਬੇਟੀ ਠੀਕ ਹੋ ਜਾਵੇਗੀ। 1 ਮਹੀਨਾ ਬੀਤ ਗਿਆ ਤੇ ਮਹਾਰੇ ਦੀ ਬੇਟੀ ਬਿਲਕੁਲ ਠੀਕ ਹੋ ਗਈ। ਮਹਾਰਾ ਤੇ ਉਸ ਦੀ ਪਤਨੀ ਅਤਿਅੰਤ ਖੁਸ਼ ਸਨ। ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਬੇਟੀ ਨੂੰ ਭਗਵਾਨ ਦੇ ਚਰਨਾਂ ਵਿੱਚ ਦੀਵਾ ਜਲਾਉਣ ਲਈ ਕਿਹਾ। ਸਮਾਂ ਲੰਘਦਾ ਗਿਆ ਤੇ ਮਹਾਰੇ ਦੀ ਬੇਟੀ ਹੁਣ ਨਿਰੀਵਰਨ, ਸੁੰਦਰ ਤੇ ਬੁੱਧੀਮਾਨ ਹੋ ਗਈ। ਉਸ ਦੀ ਪ੍ਰਸ਼ੰਸਾ ਪੂਰੇ ਰਾਜ ਵਿੱਚ ਹੋਣ ਲੱਗੀ। ਅਨੇਕਾਂ ਰਾਜੇ ਵੀ ਉਸ ਦੀ ਮਹਾਨਤਾ ਦੀ ਗੱਲ ਕਰਦੇ। ਇਹ ਸੁਣ ਕੇ ਰਾਜਾ ਵੀ ਉਹਨਾਂ ਨੂੰ ਮਿਲਣ ਲਈ ਉਤਸ਼ਾਹੀ ਹੋ ਗਿਆ। ਰਾਜਾ ਆਪਣੀ ਸੈਨਾ ਸਮੇਤ ਉਸ ਦੇ ਪਿੰਡ ਦੀ ਖੋਜ ਕਰਦਾ ਆਖਿਰ ਮਹਾਰੇ ਦੇ ਘਰ ਆ ਪਹੁੰਚਿਆ। ਰਾਜਾ ਨੇ ਘਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਮੰਗੀ ਤਾਂ ਮਹਾਰੇ ਦੀ ਬੇਟੀ ਬਾਹਰ ਆ ਗਈ। ਰਾਜਾ ਨੇ ਉਸ ਨੂੰ ਵੇਖਦੇ ਹੀ ਕਿਹਾ, ਪੁੱਤਰ, ਤੈਨੂੰ ਮਿਲਣ ਦੀ ਮੇਰੀ ਬਹੁਤ ਇੱਛਾ ਸੀ, ਤੂੰ ਸਾਡੇ ਰਾਜ ਦੀ ਸ਼ਾਨ ਹੈ। ਇਹ ਸੁਣ ਕੇ ਮਹਾਰਾ ਤੇ ਉਸ ਦੀ ਪਤਨੀ ਹੈਰਾਨ ਰਹਿ ਗਏ। ਰਾਜਾ ਵੀ ਉਹਨਾਂ ਨੂੰ ਵੇਖ ਕੇ ਦੰਗ ਰਹਿ ਗਿਆ। ਕੁਝ ਪਲਾਂ ਲਈ ਉੱਥੇ ਚੁੱਪ ਛਾ ਗਈ। ਮੁਆਰਾ ਮਨ ਵਿੱਚ ਸੋਚਣ ਲੱਗਾ ਕਿ ਰਾਜਾ ਉਸ ਦੇ ਘਰ ਕਿਉਂ ਆਇਆ ਹੈ। ਉਹ ਡਰ ਗਿਆ ਕਿ ਕਿਉਂਕਿ ਬਹੁਤ ਸਖਤਾਈ ਨਾਲ ਮਿਲੀ ਇਹ ਖੁਸ਼ੀ, ਕਿਤੇ ਉਸ ਦੀ ਬੇਟੀ ਨਾਲ ਕੋਈ ਗਲਤੀ ਤਾਂ ਨਹੀਂ ਹੋ ਗਈ। ਉਸ ਸਮੇਂ ਅਚਾਨਕ ਰਾਜਾ ਨੇ ਹੈਰਾਨ ਹੋ ਕੇ ਪੁੱਛਿਆ ਕਿ ਇਹ ਤੁਹਾਡੀ ਹੀ ਬੇਟੀ ਹੈ, ਪਰ ਇਹ ਤਾਂ ਪਹਿਲਾਂ ਅਸਮਰਥ ਸੀ। ਇਹ ਚਮਤਕਾਰ ਕਿਸ ਤਰੀਕੇ ਨਾਲ ਹੋਇਆ। ਮੁਆਰੇ ਅਤੇ ਉਸ ਦੀ ਪਤਨੀ ਨੇ ਰਾਜੇ ਨੂੰ ਪੂਰੀ ਗੱਲ ਦੱਸਣੀ ਸ਼ੁਰੂ ਕੀਤੀ ਤੇ ਕਿਹਾ, ਹੇ ਰਾਜਨ, ਇਹ ਸਾਰੀ ਬਦਲਾ ਸਿਰਫ ਮੇਰੀ ਬੇਟੀ ਦੇ ਦ੍ਰਿੜ ਨਿਸ਼ਚੇ ਅਤੇ ਉਸ ਦੇ ਅਟਲ ਕਰਮਾਂ ਦਾ ਨਤੀਜਾ ਹੈ। ਇਹ ਸੁਣ ਕੇ ਰਾਜਾ ਨੇ ਸੋਚਿਆ ਕਿ ਕਦੇ ਉਹਨਾਂ ਨੇ ਨਹੀਂ ਸੋਚਿਆ ਸੀ ਕਿ ਇਹ ਵੀ ਸੰਭਵ ਹੋ ਸਕਦਾ ਹੈ। ਫਿਰ ਰਾਜਾ ਨੇ ਮੁਆਰੇ ਵੱਲ ਵੇਖ ਕੇ ਕਿਹਾ, ਤੁਸੀਂ ਅੱਜ ਇਹ ਸਿੱਖਾ ਦਿੱਤਾ ਕਿ ਕਿਸਮਤ ਤੇ ਭਰੋਸਾ ਕਰਨ ਦੀ ਬਜਾਏ ਕਰਮ ਤੇ ਵਿਸ਼ਵਾਸ ਕਰਨਾ ਸਭ ਤੋਂ ਮਹੱਤਵਪੂਰਨ ਹੈ। ਉਹਨਾਂ ਨੇ ਅੱਗੇ ਕਿਹਾ, ਮੈਂ ਨਿਸੰਤਾਨ ਹਾਂ ਅਤੇ ਹੁਣ ਰਾਜ ਦਾ ਭਾਰ ਉਠਾਉਣ ਦੀ ਸਮਰੱਥਾ ਮੇਰੇ ਵਿੱਚ ਨਹੀਂ ਰਹੀ। ਮੈਂ ਚਾਹੁੰਦਾ ਹਾਂ ਕਿ ਇਹ ਬੇਟੀ, ਜਿਸ ਦੀ ਬੁੱਧੀਮਾਨੀ ਅਤੇ ਸਮਝਦਾਰੀ ਦੀ ਪ੍ਰਸ਼ੰਸਾ ਪੂਰੇ ਰਾਜ ਵਿੱਚ ਹੋ ਰਹੀ ਹੈ, ਇਹ ਮੇਰੇ ਰਾਜ ਦੀ ਗੱਦੀ ਸੰਭਾਲੇ। ਰਾਜੇ ਦੀ ਇਹ ਗੱਲ ਸੁਣ ਕੇ ਮੁਆਰੇ ਦੀ ਪਤਨੀ ਦੀਆਂ ਅੱਖਾਂ ਵਿੱਚੋਂ ਹੰਝੂ ਟਪਕਣ ਲੱਗੇ। ਉਹ ਕਹਿ ਰਹੀ ਸੀ, ਹੇ ਰਾਜਨ, ਇਹ ਨਹੀਂ ਹੋ ਸਕਦਾ। ਮੇਰੀ ਬੇਟੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਹੈ।
ਮੈਂ ਇਸ ਨੂੰ ਕਿਸੇ ਵੀ ਹਾਲਤ ਵਿੱਚ ਤੁਹਾਨੂੰ ਨਹੀਂ ਦੇ ਸਕਦੀ। ਰਾਜਾ ਉਸ ਦੀ ਗੱਲ ਸੁਣ ਕੇ ਸਮਝਦਾਰੀ ਨਾਲ ਬੋਲੇ, ਮੈਂ ਜਾਣਦਾ ਹਾਂ ਕਿ ਇੱਕ ਮਾਂ ਆਪਣੀ ਸੰਤਾਨ ਤੋਂ ਵੱਖ ਨਹੀਂ ਹੋ ਸਕਦੀ। ਸੰਸਾਰ ਦਾ ਧਨ ਤਾਂ ਕੋਈ ਵੀ ਦਾਨ ਕਰ ਸਕਦਾ ਹੈ, ਪਰ ਕੋਈ ਮਾਂ ਆਪਣੀ ਸੰਤਾਨ ਨਹੀਂ ਦਿੰਦੀ। ਉਹਨਾਂ ਨੇ ਮੁੜ ਉਹਨਾਂ ਦੀ ਤਸੱਲੀ ਕਰਦਿਆਂ ਕਿਹਾ, ਮੈਂ ਤੁਹਾਡੀ ਬੇਟੀ ਨੂੰ ਆਪ ਦੇ ਰਹੀ ਹਾਂ। ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਉਹ ਇਸ ਰਾਜ ਦੀ ਰਾਣੀ ਬਣੇ ਅਤੇ ਤੁਸੀਂ ਵੀ ਆਪਣੇ ਜੀਵਨ ਨੂੰ ਆਦਰ ਤੇ ਸਨਮਾਨ ਨਾਲ ਬਤੀਤ ਕਰੋ। ਇਹ ਫੈਸਲਾ ਕੇਵਲ ਮੇਰੇ ਲਈ ਨਹੀਂ, ਸਗੋਂ ਪੂਰੇ ਰਾਜ ਦੇ ਭਵਿੱਖ ਲਈ ਲੈ ਰਿਹਾ ਹਾਂ। ਅਖੀਰਕਾਰ ਮੁਆਰੇ ਅਤੇ ਉਸ ਦੀ ਪਤਨੀ ਨੇ ਰਾਜੇ ਦੀ ਗੱਲ ਨੂੰ ਮੰਨ ਲਿਆ ਅਤੇ ਆਪਣੀ ਬੇਟੀ ਨਾਲ ਮਲ ਵਿੱਚ ਜਾ ਵਸੇ। ਮੁਆਰੇ ਦੀ ਬੇਟੀ, ਜਿਸ ਦਾ ਨਾਮ ਅਵੰਤਿਕਾ ਸੀ, ਰਾਜੇ ਦੀ ਇੱਛਾ ਅਨੁਸਾਰ ਰਾਜ ਸਿੰਘਾਸਨ ਤੇ ਬੈਠ ਕੇ ਰਾਜ ਦਾ ਸ਼ਾਸਨ ਸੰਭਾਲਣ ਲੱਗੀ। ਹਾਲਾਂਕਿ ਇਹ ਖਬਰ ਆਲੇ ਦੁਆਲੇ ਦੇ ਰਾਜਾਂ ਤੱਕ ਵੀ ਫੈਲ ਗਈ ਅਤੇ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ ਸਨ। ਮੁਆਰਾ ਅਤੇ ਉਸ ਦੀ ਪਤਨੀ ਹੁਣ ਆਕਾਸ਼ ਵੱਲ ਵੇਖਦੇ ਹੋਏ ਸੋਚਦੇ, ਹੇ ਪਰਮਾਤਮਾ, ਤੂੰ ਸਹੀ ਕਹਿੰਦਾ ਹੈ ਕਿ ਜੇਕਰ ਮਨੁੱਖ ਆਪਣੇ ਕਰਮਾਂ ਤੇ ਭਰੋਸਾ ਰੱਖੇ ਤਾਂ ਉਹ ਅਸੰਭਵ ਨੂੰ ਵੀ ਸੰਭਵ ਬਣਾ ਸਕਦਾ ਹੈ। ਉਹਨਾਂ ਨੂੰ ਹੁਣ ਇਹ ਯਕੀਨ ਹੋ ਗਿਆ ਕਿ ਕਿਸਮਤ ਸਿਰਫ ਰਾਹ ਦਿਖਾਉਂਦੀ ਹੈ, ਪਰ ਮਨੁੱਖ ਦੀ ਮੰਜ਼ਿਲ ਤੱਕ ਪਹੁੰਚਣ ਦੀ ਤਾਕਤ ਸਿਰਫ ਉਸਦੇ ਕਰਮ ਹੀ ਦਿੰਦੇ ਹਨ। ਅੰਤ ਵਿੱਚ ਲਕਸ਼ਮਣ ਮਹਾਰਿਸ਼ੀ ਵੱਲ ਵੇਖ ਕੇ ਬੋਲੇ, ਹੇ ਮੁਨੀਵਰ, ਮੈਂ ਅਗਿਆਨੀ ਸੀ, ਬਿਨਾਂ ਸਮਝੇ ਬੁਝੇ ਬੋਲ ਪਿਆ, ਕਿਰਪਾ ਕਰਕੇ ਮੈਨੂੰ ਮਾਫ ਕਰੋ। ਹੁਣ ਰੀਆ ਵੀ ਮਹਾਰਿਸ਼ੀ ਦੀ ਪਾਸੇ ਵੇਖ ਕੇ ਕਹਿਣ ਲੱਗੀ, ਮੁਨੀਵਰ, ਸ਼ਾਇਦ ਮੇਰੀ ਮਾਂ ਵੀ ਸਾਨੂੰ ਭਾਗ ਅਤੇ ਕਰਮ ਦੇ ਇਸ ਅਨੋਖੇ ਰਿਸ਼ਤੇ ਬਾਰੇ ਸਮਝਾਉਣਾ ਚਾਹੁੰਦੀ ਸੀ। ਹੁਣ ਕਿਸ਼ਨ ਅਤੇ ਰੀਆ ਆਪਣੇ ਮਨ ਵਿੱਚ ਨਵੀਂ ਉਮੀਦ ਲੈ ਕੇ ਮਹਾਰਿਸ਼ੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਰਮ ਦੇ ਮਾਰਗ ਤੇ ਚੱਲਦੇ ਹੋਏ ਆਪਣੇ ਘਰ ਵੱਲ ਵਾਪਸ ਹੋ ਗਏ। ਦੋਸਤੋ, ਭਾਗ ਸਿਰਫ ਕਰਮਾਂ ਦਾ ਫਲ ਹੈ। ਭਾਵੇਂ ਕਿਸਮਤ ਪੈਦਾ ਹੋਣ ਤੋਂ ਪਹਿਲਾਂ ਲਿਖੀ ਜਾਂਦੀ ਹੈ, ਪਰ ਅਸੀਂ ਆਪਣੇ ਕਰਮਾਂ ਦੁਆਰਾ ਇਸ ਨੂੰ ਬਦਲ ਸਕਦੇ ਹਾਂ। ਜੀਵਨ ਇੱਕ ਅਨਮੋਲ ਮੌਕਾ ਹੈ, ਜਿਸ ਨੂੰ ਸਹੀ ਦਿਸ਼ਾ ਵਿੱਚ ਲੈ ਜਾ ਕੇ ਅਸੀਂ ਆਪਣੀ ਆਤਮਾ ਨੂੰ ਮੋਕਸ਼ ਦੀ ਓਰ ਲੈ ਕੇ ਜਾ ਸਕਦੇ ਹਾਂ। ਜੇਕਰ ਕੋਈ ਤੁਹਾਡੀ ਯੋਗਤਾ ਤੇ ਸਵਾਲ ਉਠਾਵੇ ਤਾਂ ਉਸ ਦੀਆਂ ਗੱਲਾਂ ਨੂੰ ਅਣਡਿੱਠਾ ਕਰਕੇ ਆਪਣੇ ਕਰਮਾਂ ਤੇ ਧਿਆਨ ਦਿਓ। ਇੱਕ ਦਿਨ ਤੁਸੀਂ ਵੀ ਉਸ ਮਹਾਰੇ ਦੀ ਬੇਟੀ ਅਵੰਤਿਕਾ ਵਾਂਗ ਇੱਕ ਉੱਚੇ ਮਕਾਮ ਤੇ ਪਹੁੰਚ ਜਾਓਗੇ, ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਯਾਦ ਰੱਖੋ ਦੋਸਤੋ, ਚਾਹੇ ਕੋਈ ਕਿੰਨਾ ਵੀ ਵੱਡਾ ਗਿਆਨੀ ਤੁਹਾਡੀ ਭਾਗ ਰੇਖਾ ਪੜ੍ਹ ਲਵੇ, ਪਰ ਤੁਹਾਡੇ ਕਰਮਾਂ ਵਿੱਚ ਉਹ ਸ਼ਕਤੀ ਹੈ ਜੋ ਤੁਹਾਡੀ ਕਿਸਮਤ ਨੂੰ ਵੀ ਬਦਲ ਸਕਦੀ ਹੈ। ਆਸ ਕਰਦੇ ਹਾਂ ਕਿ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਜੇਕਰ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਹੋਰ ਲੋਕਾਂ ਨਾਲ ਵੀ ਸ਼ੇਅਰ ਕਰੋ। ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ। ਚਲੋ ਫਿਰ ਮਿਲਦੇ ਹਾਂ ਨਵੀਂ ਕਹਾਣੀ ਨਾਲ। ਖੁਸ਼ ਰਹੋ, ਤੰਦਰੁਸਤ ਰਹੋ।